ਹਾਂਜੀ ਵਿਦਿਆਰਥੀਓ, ਹੁਣ ਆਪਾਂ ਪੰਜਾਬੀ ਸੱਭਿਆਚਾਰ ਅਤੇ ਵਿਸ਼ਵੀਕਰਨ ਬਾਰੇ ਗੱਲ ਕਰਾਂਗੇ ਕਿ ਵਿਸ਼ਵੀਕਰਨ ਨੇ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਿਸ਼ਵੀਕਰਨ ਕੀ ਹੈ। ਵਿਸ਼ਵੀਕਰਨ ਜਿਹੜਾ ਹੈ ਉਹ ਸੰਸਾਰੀਕਰਨ ਵਰਗੇ ਸੰਕਲਪ, ਵਿਸ਼ਵੀਕਰਨ, ਸੰਸਾਰੀਕਰਨ, ਇਹ ਸੰਕਲਪ ਜਿਹੜੇ ਹੈਗੇ ਆ ਅਸਲ ਵਿੱਚ ਸ਼ਕਤੀਸ਼ਾਲੀ ਦੇਸ਼ਾਂ, ਜਿਹੜੇ ਵਿਕਸਿਤ ਦੇਸ਼ ਹੈ, ਉਹਨਾਂ ਵੱਲੋਂ ਬੋਲਿਆ ਗਿਆ ਸੱਭਿਆਚਾਰਕ ਧਾਵਾ, ਜਿਹੜਾ ਤੀਜੀ ਦੁਨੀਆ ਦੇ ਪਛੜੇ ਦੇਸ਼ਾਂ ਦੇ ਕੌਮੀ ਸੱਭਿਆਚਾਰਾਂ ਅਤੇ ਪਰੰਪਰਾਵਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਹੁਣ ਤੀਜੀ ਦੁਨੀਆ ਦੇ ਦੇਸ਼ ਕਿਹੜੇ ਆ? ਤੀਜੀ ਦੁਨੀਆ ਦੇ ਦੇਸ਼ ਜਿਹੜੇ ਵਿਕਾਸਸ਼ੀਲ ਦੇਸ਼ ਆ, ਜਿਹਦੇ ਵਿੱਚ ਭਾਰਤ ਵੀ ਹੈ, ਔਰ ਵਿਕਾਸਸ਼ੀਲ ਕੀ, ਜੋ ਵਿਕਾਸ ਕਰ ਰਹੇ ਨੇ, ਅਜੇ ਵਿਕਸਿਤ ਨਹੀਂ ਹੋਏ, ਉਹਨਾਂ ਦੇਸ਼ਾਂ ਦੇ ਉੱਪਰ ਵਿਸ਼ਵੀਕਰਨ ਜਿਹੜਾ ਹੈਗਾ ਉਹ ਇੱਕ ਸੱਭਿਆਚਾਰਕ ਧਾਵਾ। ਇਹੋ ਕਾਰਨ ਹੈ ਕਿ ਵਰਤਮਾਨ ਸਮੇਂ ਵਿੱਚ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਵਰਗੇ ਜਿਹੜੇ ਇਹ ਸੰਕਲਪ ਹੈਗੇ ਆ, ਇਹ ਰੁਝਾਨ ਜਿਹੜੇ ਹੈਗੇ ਆ ਬਹੁਤ ਖਤਰਨਾਕ ਹੈਗੇ ਆ ਅਤੇ ਇਹਨਾਂ ਬਾਰੇ ਸੁਚੇਤ ਰਹਿਣ ਦੀ ਲੋੜ ਆ। ਡਾਕਟਰ ਸੁਰਜੀਤ ਲੀ ਦਾ ਵਿਚਾਰ ਹੈ ਕਿ ਵਿਸ਼ਵੀਕਰਨ ਉਦਯੋਗਿਕ ਪੂੰਜੀਵਾਦ ਦੇ ਵਿਕਾਸ ਦਾ ਨਵਾਂ ਪੜਾਅ ਹੈ। ਵੱਖ-ਵੱਖ ਉੱਨਤ ਦੇਸ਼ਾਂ ਦੀਆਂ ਪੂੰਜੀਪਤੀ ਤਾਕਤਾਂ ਆਪਣੇ ਸਾਂਝੇ ਹਿੱਤਾਂ ਦੀ ਪੂਰਤੀ ਲਈ ਇਕੱਠੇ ਹੋ ਕੇ ਵਿਸ਼ਵੀਕਰਨ ਦੇ ਪ੍ਰੋਗਰਾਮ ਹੇਠ ਪਛੜੇ ਗਰੀਬ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਬਣਾਉਣ ਲਈ ਨਿਕਲੀਆਂ ਹਨ। ਭਾਵ ਕਿ ਹੁਣ ਜਿਹੜੇ ਹੈਗੇ ਆ ਪਛੜੇ ਮੁਲਕਾਂ ਦੇ ਉੱਪਰ ਨਵ ਬਸਤੀਵਾਦ ਦਾ ਜਿਹੜਾ ਹੱਲਾ, ਇਹ ਵਿਕਸਿਤ ਦੇਸ਼ਾਂ ਵੱਲੋਂ ਬੋਲਿਆ ਜਾ ਰਿਹਾ। ਭਾਰਤ ਵਿੱਚ 1990 ਈਸਵੀ ਤੋਂ ਮਗਰੋਂ ਬਹੁਕੌਮੀ ਪੂੰਜੀਵਾਦ ਦੇ ਗਿਣੇ ਮਿਥੇ ਵਿਸ਼ਵੀਕਰਨ ਦੇ ਪ੍ਰੋਗਰਾਮ ਅਧੀਨ ਜਿਹੜਾ ਇਸ ਨੂੰ ਪ੍ਰਚਾਰਿਆ ਜਾ ਰਿਹਾ, ਵਿਸ਼ਵੀਕਰਨ ਨੂੰ, ਕਿ ਨਵੀਂ ਟੈਕਨੋਲੋਜੀ, ਖਾਸ ਕਰਕੇ ਸੰਚਾਰ ਦੇ ਨਵੇਂ ਸਾਧਨ, ਆਵਾਜਾਈ ਦੇ ਵਸੀਲੇ, ਮੀਡੀਆ, ਕੰਪਿਊਟਰ, ਈਮੇਲ, ਇੰਟਰਨੈੱਟ ਵਰਗੇ ਸੰਦ ਸਾਧਨ ਸਮੁੱਚੀ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਰਹੇ ਹਨ। ਵਕਤ ਅਤੇ ਥਾਂ ਦੀਆਂ ਦੂਰੀਆਂ ਖਤਮ ਹੋ ਰਹੀਆਂ ਹਨ। ਸਧਾਰਨ ਦ੍ਰਿਸ਼ਟੀ ਤੋਂ ਦੇਖਿਆ ਇਹ ਵਰਤਾਰਾ ਵਿਸ਼ਵ ਵਿਕਾਸ ਦਾ ਭੁਲੇਖਾ ਪਾਉਂਦਾ, ਪਰ ਹਕੀਕਤ ਕੁਝ ਹੋਰ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਵਿਸ਼ਵੀਕਰਨ ਦੀ ਲਹਿਰ ਦਾ ਸੰਚਾਲਕ ਕੌਣ ਹੈ। ਇਸ ਵਿਸ਼ਵੀਕਰਨ ਦੇ ਨਾਲ ਜਿਹੜਾ ਹੈਗਾ ਵਿਕਾਸਸ਼ੀਲ ਮੁਲਕਾਂ ਦੇ ਵਿੱਚ ਵੀ ਗਰੀਬੀ ਅਮੀਰੀ ਦਾ ਪਾੜਾ ਜਿਹੜਾ ਹੈਗਾ ਉਹ ਵਿਕਸਿਤ ਮੁਲਕਾਂ ਵਾਂਗ ਬਹੁਤ ਵੱਧ ਰਿਹਾ। ਇਸ ਦੇ ਸੰਦ ਸਾਧਨ ਕਿਸ ਦੇ ਅਧਿਕਾਰ ਖੇਤਰ ਵਿੱਚ ਹਨ? ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹਨੂੰ ਵਿਸ਼ਵੀਕਰਨ ਨੂੰ ਚਲਾ ਕੌਣ ਰਿਹਾ। ਇਹਨਾਂ ਸਾਧਨਾਂ ਦੇ ਮਾਲਕਾਂ ਦੇ ਹਿੱਤ ਅਤੇ ਟੀਚੇ ਕੀ ਹਨ? ਇਹ ਗੱਲ ਕਿਸੇ ਕੋਲੋਂ ਵੀ ਲੁਕੀ ਨਹੀਂ ਕਿ ਅਮਰੀਕਨ ਰਾਜ ਜਾਣਕਾਰੀ ਅਤੇ ਮੀਡੀਆ ਨੂੰ ਕੰਟਰੋਲ ਕਰਕੇ ਇੱਕ ਅਜਿਹਾ ਸੰਚਾਰ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ, ਜਿਸ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ, ਭਾਵ ਕਿ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਜਿਹੜਾ ਰੱਖਿਆ ਜਾ ਰਿਹਾ। ਸੱਭਿਆਚਾਰ ਦੇ ਅੰਤਰਗਤ ਉਹ ਸਾਰਾ ਕੁਝ ਸ਼ਾਮਲ ਕੀਤਾ ਜਾਂਦਾ ਜਿਹੜਾ ਇੱਕ ਮਨੁੱਖੀ ਸਮਾਜ ਨੂੰ ਕਿਸੇ ਦੂਸਰੇ ਮਨੁੱਖੀ ਸਮਾਜ ਤੋਂ ਨਿਖੇੜਦਾ, ਭਾਵ ਕਿ ਅਸੀਂ ਸੱਭਿਆਚਾਰ ਤੋਂ ਜਿਹੜਾ ਹਰ ਇੱਕ ਖਿੱਤੇ ਦਾ ਆਪਣਾ ਆਪਣਾ ਸੱਭਿਆਚਾਰ ਹੁੰਦਾ। ਸੱਭਿਆਚਾਰ ਤੋਂ ਹੀ ਸਾਨੂੰ ਪਤਾ ਚੱਲਦਾ, ਰਹਿਣ ਸਹਿਣ ਤੋਂ, ਕਿ ਇਹ ਫਲਾਣੇ ਸੱਭਿਆਚਾਰ ਦਾ ਮਨੁੱਖ ਆ। ਇਸ ਕਰਕੇ ਵੀ ਮਨੁੱਖੀ ਸਮਾਜ ਨੂੰ ਜਿਹੜਾ ਹੈਗਾ ਨਿਖੇੜਨ ਦੇ ਲਈ ਦੂਸਰੇ ਮਨੁੱਖੀ ਸਮਾਜ ਤੋਂ ਸੱਭਿਆਚਾਰ ਹੀ ਜਿਹੜਾ ਮੁੱਖ ਭੂਮਿਕਾ ਨਿਭਾਉਂਦਾ। ਹਰ ਸਮਾਜ ਦੇ ਸੱਭਿਆਚਾਰ ਦੀ ਆਪਣੀ ਭਾਵਯੁਕਤ ਹੁੰਦੀ ਹੈ, ਆਪਣੀ ਜਿਹੜੀ ਤਕਨੀਕ ਹੁੰਦੀ ਆ, ਭਾਵ ਆਪਣੀ ਇੱਕ ਜਿਹੜੀ ਵਿਸ਼ੇਸ਼ ਪਹਿਚਾਣ ਹੁੰਦੀ ਆ, ਆਪਣਾ ਵਿਲੱਖਣ ਸਿਸਟਮ ਹੁੰਦਾ, ਵੱਖਰਾ ਸਮਾਜਿਕ ਵਾਤਾਵਰਨ ਹੁੰਦਾ। ਇਸੇ ਵਾਤਾਵਰਨ ਦੀ ਪੈਦਾਵਾਰ ਹੁੰਦੀ ਹੈ ਮਨੁੱਖੀ ਚੇਤਨਾ। ਮਤਲਬ ਕਿ ਮਨੁੱਖੀ ਚੇਤਨਾ ਜਿਹੜੀ ਉਹ ਸੱਭਿਆਚਾਰ ਦੀ ਉਤਪਤੀ ਹੁੰਦੀ ਹੈ। ਜਿਸ ਖਿੱਤੇ ਦਾ, ਜਿਸ ਤਰ੍ਹਾਂ ਦਾ, ਜਿਸ ਪਰਿਵਾਰ ਦਾ, ਜਿਸ ਕਿਸਮ ਦਾ ਸੱਭਿਆਚਾਰ ਹੁੰਦਾ, ਮਨੁੱਖੀ ਚੇਤਨਾ ਦੀ ਘਾਟ ਵੀ ਉਸੇ ਕਿਸਮ ਦੀ ਬਣ ਜਾਂਦੀ ਆ। ਵਿਸ਼ਵੀਕਰਨ ਦਾ ਅਮਲ ਜਿਹੜਾ ਵੱਖ-ਵੱਖ ਵਿਕਾਸਸ਼ੀਲ ਦੇਸ਼ਾਂ ਦੀ ਪਹਿਚਾਣ ਖਤਮ ਕਰਕੇ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਕੋਝੀ ਸਾਜ਼ਿਸ਼ ਹੈ। ਕਿਸੇ ਦੇਸ਼ ਉੱਤੇ ਰਾਜਸੀ ਤਾਕਤ ਦਾ ਗਲਬਾ ਕਿਸੇ ਵੀ ਸਮੇਂ ਉਠਾਇਆ ਜਾ ਸਕਦਾ ਹੈ, ਪਰੰਤੂ ਕਿਸੇ ਦੇਸ਼ ਦਾ ਸੱਭਿਆਚਾਰਕ ਗਲਬਾ ਮਾਨਸਿਕ ਗੁਲਾਮੀ ਬਣ ਜਾਂਦਾ, ਜਿਸ ਨੂੰ ਦੂਰ ਕਰਨ ਲਈ ਸਦੀਆਂ ਲੱਗ ਜਾਂਦੀਆਂ ਹਨ। ਵਿਸ਼ਵੀਕਰਨ ਪੰਜਾਬੀ ਸੱਭਿਆਚਾਰ ਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾਉਣ ਦੀ ਬਸਤੀਵਾਦੀ ਜਿਹੜੀ ਸਾਜ਼ਿਸ਼ ਆ। ਸੱਭਿਆਚਾਰਕ ਵਰਤਾਰੇ ਕਿਸੇ ਸਮਾਜ ਦੀ ਵਿਲੱਖਣ ਜੀਵਨ ਜਾਂਚ ਵਜੋਂ ਪਰਿਭਾਸ਼ਿਤ ਕੀਤੇ ਜਾਂਦੇ ਹਨ। ਕਰੋਵਰ ਦੇ ਕਹਿਣ ਅਨੁਸਾਰ ਜਦੋਂ ਕੋਈ ਸਰਬ ਵਿਆਪਕ ਵਰਤਾਰਾ ਕਿਸੇ ਵਿਸ਼ੇਸ਼ ਸਮਾਜ ਦੀ ਪ੍ਰਣਾਲੀ ਦਾ ਅੰਗ ਬਣ ਜਾਂਦਾ ਹੈ ਤਾਂ ਉਹ ਵਿਲੱਖਣਤਾ ਗ੍ਰਹਿਣ ਕਰ ਲੈਂਦਾ ਹੈ। ਵਿਸ਼ਵੀਕਰਨ ਦਾ ਅਮਲ ਵਿਕਾਸਸ਼ੀਲ ਦੇਸ਼ਾਂ ਦੀ ਵਿਲੱਖਣਤਾ ਨੂੰ ਖਤਮ ਕਰਨ ਦੀ ਕੋਝੀ ਸਾਜ਼ਿਸ਼ ਹੈ।
ਵਿਸ਼ਵੀਕਰਨ ਦੀ ਧਾਰਨਾ ਅਨੁਸਾਰ ਸਮੁੱਚਾ ਵਿਸ਼ਵ ਇੱਕ ਪਿੰਡ ਵਾਂਗ ਹੈ। ਇਹ ਦਿਲ ਲੁਭਾਊ ਨਾਰਾ ਨਿਰਾਧਾਰ ਹੈ। ਭਾਰਤ ਵਰਗੇ ਹੋਰ ਅਨੇਕਾਂ ਪਛੜੇ ਦੇਸ਼ਾਂ ਨੂੰ ਸੱਭਿਆਚਾਰਕ ਤੌਰ 'ਤੇ ਗੁਲਾਮ ਬਣਾਉਣ ਦੀ ਇਹ ਇੱਕ ਖਤਰਨਾਕ ਚਾਲ ਹੈ। ਵਿਸ਼ਵੀਕਰਨ ਦਾ ਅਮਲ ਕਿਸੇ ਹੱਦ ਤੱਕ ਪਦਾਰਥ ਖੇਤਰ ਵਿੱਚ ਤਾਂ ਪ੍ਰਵਾਨ ਹੋ ਸਕਦਾ ਹੈ, ਪਰ ਜਿੱਥੇ ਪ੍ਰਤਿਮਾਨਕ ਤੇ ਬੋਧਾਤਮਕ ਪੱਖ ਪਹਿਲਾਂ ਹੀ ਪਛੜੇ ਹੋਏ ਹਨ ਤੇ ਸਥਿਤੀ ਸੱਭਿਆਚਾਰਕ ਪਛੜੇਵੇਂ ਦੀ ਬਣੀ ਹੋਈ ਹੈ, ਉਹ ਵਿਕਸਿਤ ਦੇਸ਼ਾਂ ਦੀ ਅਧੀਨਗੀ ਤਾਂ ਮੰਨ ਸਕਦੇ ਹਨ, ਪਰ ਉਹਨਾਂ ਨਾਲ ਬਰਾਬਰਤਾ ਦਾ ਸੁਪਨਾ ਲੈਣਾ ਬਹੁਤ ਵੱਡੀ ਖੁਸ਼ਫਹਿਮੀ ਹੈ। ਇਸ ਭਰਮ ਭੁਲੇਖੇ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਵਿਸ਼ਵੀਕਰਨ ਦੀਆਂ ਜਿਹੜੀਆਂ ਚਾਲਾਂ ਹੈ ਉਸ ਨੂੰ ਜਿਹੜਾ ਹੈਗਾ ਉਹ ਜਿਹੜਾ ਪੰਜਾਬੀ ਮਨ ਜਾਂ ਪੰਜਾਬੀ ਸੱਭਿਆਚਾਰ ਨੂੰ ਸਮਝਣ ਦੀ ਲੋੜ ਆ, ਕਿਉਂਕਿ ਬਸਤੀਵਾਦ ਦੌਰਾਨ ਅੰਗਰੇਜ਼ਾਂ ਦੀ ਬਸਤੀ ਹੋਣ ਕਰਕੇ ਸਾਡਾ ਜਿਹੜਾ ਭਾਰਤ ਹੈ ਉਸ ਦੇ ਲੋਕ ਮਾਨਸਿਕ ਤੌਰ 'ਤੇ ਕੁਝ ਹੱਦ ਤੱਕ ਉਹਨਾਂ ਦੀ ਉਸ ਗੁਲਾਮੀ ਦੇ ਚਿੰਨ੍ਹ ਅਸੀਂ ਹੁਣ ਵੀ ਦੇਖ ਸਕਦੇ ਹਾਂ। ਪਰ ਜਦੋਂ ਨਵ ਬਸਤੀਵਾਦ ਅਧੀਨ ਭਾਵ ਹੁਣ ਵਿਸ਼ਵੀਕਰਨ ਬਹੁਕੌਮੀ ਜਿਹੜੀਆਂ ਕੰਪਨੀਆਂ ਦਾ ਗਲਬਾ ਹੈ, ਖਪਤਵਾਦੀ ਸੱਭਿਆਚਾਰ ਹੈ, ਇਹ ਸਾਨੂੰ ਜਿਹੜਾ ਵਿਸ਼ਵੀਕਰਨ ਨੇ ਦਿੱਤਾ ਔਰ ਸਾਡੀ ਜਿਹੜੀ ਹੈਗੀ ਆ ਪੰਜਾਬੀ ਨੌਜਵਾਨ ਪੀੜ੍ਹੀ ਇਸ ਖਪਤ ਸੱਭਿਆਚਾਰ ਦੀ ਸ਼ਿਕਾਰ ਹੁੰਦੀ ਜਾ ਰਹੀ ਆ। ਇਹ ਸਾਰਾ ਕੁਛ ਜਿਹੜਾ ਵਿਸ਼ਵੀਕਰਨ ਅਧੀਨ ਉਹ ਵਿਕਸਿਤ ਦੇਸ਼ ਚਾਹੁੰਦੇ ਆ ਕਿ ਪਛੜੇ ਦੇਸ਼ ਜਿਹੜੇ ਹੈਗੇ ਆ ਉਹ ਮਾਨਸਿਕ ਤੌਰ 'ਤੇ ਗੁਲਾਮ ਹੋਣ, ਉਹਨਾਂ ਦੀ ਕਿਰਤ ਸ਼ਕਤੀ ਦੀ ਅਸੀਂ ਲੁੱਟ ਕਰੀਏ, ਉਹਨਾਂ ਦੇ ਕੁਦਰਤੀ ਵਸੀਲਿਆਂ ਨੂੰ ਅਸੀਂ ਜਿਹੜਾ ਹੈਗਾ ਤਹਿਸ ਨਹਿਸ ਕਰੀਏ। ਸੋ ਇਸ ਤੋਂ ਜਿਹੜਾ ਚੇਤਨ ਹੋਣ ਦੀ ਲੋੜ ਆ।